ਜਿੱਦਾਂ ਮਨੁੱਖ ਆਪਣੀ ਲੜਾਈ ਲੜ ਰਿਹਾ ਕਰੋਨਾ ਵਾਇਰਸ ਤੋਂ ਬਚਣ ਲਈ, ਅਸੀਂ ਰੋਜ਼ ਨਵੀਂ ਵੈਕਸੀਨ ਬਣਾ ਰਹੇ ਹਾਂ, ਉਸੇ ਤਰ੍ਹਾਂ ਇਹ ਵਾਇਰਸ ਵੀ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਔਰ ਇਹ ਵੈਕਸੀਨੇਸ਼ਨ ਹੀ ਇਹਦਾ ਇਸ ਵਕਤ ਇੱਕੋ ਹੀ ਸੋਲਿਊਸ਼ਨ ਹੈ। ਵਰਨਾ ਇਹ ਵਾਇਰਸ ਰੋਜ਼ ਆਪਣਾ ਨਵਾਂ ਰੂਪ ਲਏਗਾ। ਇਹ ਮਿਊਟੇਸ਼ਨ ਪਤਾ ਹੀ ਨਹੀਂ ਸਾਨੂੰ ਕਿੰਨੀ ਵਾਰੀ ਚੇਂਜ ਕਰੇਗਾ। ਸਰ ਜਿਵੇਂ ਤੁਸੀਂ ਕਿਹਾ ਸੀਗਾ ਕਿ ਹੁਣ ਪਹਿਲਾ ਫੇਜ਼ ਹੈ, ਦੂਸਰਾ ਫੇਜ਼ ਆਇਆ, ਹੁਣ ਸੈਕਿੰਡ ਸਟ੍ਰੇਨ ਆਈ ਹੈ, ਤੁਹਾਡਾ ਕਹਿਣਾ ਕਿ ਤੀਸਰਾ ਸਟ੍ਰੇਨ ਵੀ ਆਵੇਗਾ, ਚੌਥਾ ਵੀ ਆਵੇਗਾ। ਸੋ ਸੈਕਿੰਡ ਦਾ ਠੱਲ ਪੈ ਜਾਏਗਾ ਇਸ ਮਹੀਨੇ, ਲੇਕਿਨ ਜੇ ਸਾਡੀ ਵੈਕਸੀਨੇਸ਼ਨ ਬਹੁਤ ਜ਼ਿਆਦਾ ਤੇਜ਼ੀ ਨਾਲ ਨਾ ਹੋਈ, ਕਿਤੇ ਨਾ ਕਿਤੇ ਕਿਹੜੇ ਲੋਕ ਨੇ ਨਾ ਉਹ ਵੈਕਸੀਨੇਸ਼ਨ ਤੋਂ ਡਰ ਰਹੇ ਨੇ, ਵੈਕਸੀਨੇਸ਼ਨ ਨਹੀਂ ਲਗਵਾਉਣੀ ਚਾਹੀਦੀ ਕਿ ਵੈਕਸੀਨੇਸ਼ਨ ਦੇ ਵਿੱਚ ਪਤਾ ਨਹੀਂ ਕੀ ਕੁਝ ਲਗਾਇਆ। ਯਾਰ ਕੋਈ ਇਹੋ ਜਿਹੀਆਂ ਵੀਡੀਓ ਜਿਹੜੇ ਲੋਕਾਂ ਨੂੰ ਥੋੜ੍ਹਾ ਜਿਹਾ ਦੋ ਚਿੱਤੀ ਦੇ ਵਿੱਚ ਪਾਉਂਦੀਆਂ ਨੇ ਵੀ ਵੈਕਸੀਨੇਸ਼ਨ ਲਗਵਾਉਣੀ ਚਾਹੀਦੀ ਹੈ ਕਿ ਨਹੀਂ। ਦੇਖੋ ਜਦ ਤੱਕ ਅਸੀਂ ਨਹੀਂ ਸੁਧਰਾਂਗੇ ਤਾਂ ਇਹ ਮਹਾਮਾਰੀ ਨਹੀਂ ਜਾਣ ਵਾਲੀ। ਉਹਨੇ ਆਪਣਾ ਵਾਇਰਸ ਨੇ ਰੂਪ ਬਦਲਦੇ ਰਹਿਣਾ। ਇਹ ਸਾਨੂੰ ਭੰਬੜ ਭੂਸੇ 'ਚ ਪਾਈ ਰੱਖੇਗਾ। ਸਾਨੂੰ ਵੈਕਸੀਨ 'ਚ ਬਦਲਾਅ ਕਰਨੇ ਪੈਣਗੇ। ਤਰੀਕਾ ਇੱਕੋ ਹੀ ਹੈ, ਹਰਡ ਇਮਿਊਨਿਟੀ। ਫਿਰ ਜਿਹੜਾ ਸਿਲਸਿਲਾ ਹੈ ਵੈਕਸੀਨੇਸ਼ਨ ਦਾ ਸਿਲਸਿਲਾ ਆ ਜਾਂ ਮਹਾਮਾਰੀ ਦਾ ਮੌਤਾਂ ਦਾ ਗਿਣਤੀ ਹੈ, ਇਹ ਘਟੂਗੀ ਕਦੋਂ? ਮਤਲਬ ਕਿ ਕਹਿਣ ਦਾ ਮਤਲਬ ਇਹ ਹੈ ਵੀ ਲੋਕਡਾਊਨ ਕਿਵੇਂ ਕਦੋਂ ਬੰਦ ਹੋਊਗਾ, ਲੋਕ ਫਿਰ ਤੋਂ ਖੁੱਲੀ ਤਰੀਕੇ ਦੇ ਨਾਲ ਜ਼ਿੰਦਗੀ ਕਿਵੇਂ ਜੀ ਸਕਦੇ ਨੇ? ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਸਰੋਤਿਆਂ ਦਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਪੰਜਾਬ ਦੀ ਗੱਲ ਕਰਾਂ, ਦੇਸ਼ ਦੀ ਜੇ ਮੈਂ ਗੱਲ ਕਰਾਂ ਤਾਂ ਕਰੋਨਾ ਬਿਮਾਰੀ ਨੂੰ ਆਏ ਹੋਏ ਤਕਰੀਬਨ 1.5 ਸਾਲ ਹੋਣ ਵਾਲੇ ਨੇ। ਪਰ 1.5 ਸਾਲ ਦੇ ਵਿੱਚ ਆਪਾਂ ਕੀ ਕੀਤਾ? ਦੇਖਿਆ ਜਾਵੇ ਵੈਕਸੀਨ ਵੀ ਬਣ ਚੁੱਕੀ ਹੈ, ਵੈਕਸੀਨ ਦਾ ਦੌਰ ਵੀ ਜਿਹੜਾ ਲਗਾਤਾਰ ਜਾਰੀ ਹੈ। 18 ਤੋਂ ਉੱਤੇ ਵੈਕਸੀਨ ਲੱਗਣੀ ਸ਼ੁਰੂ ਵੀ ਹੋ ਚੁੱਕੀ ਹੈ। ਪਰ ਉਸ ਦੇ ਬਾਵਜੂਦ ਦੇਖਿਆ ਜਾਵੇ ਤਾਂ ਜਿਹੜੇ ਕਰੋਨਾ ਕੇਸਿਸ ਨੇ ਉਹਨਾਂ ਦੇ ਵਿੱਚ ਕੋਈ ਗਿਰਾਵਟ ਵੇਖਣ ਨੂੰ ਨਹੀਂ ਮਿਲ ਰਹੀ। ਹਾਲਾਂਕਿ ਇੱਕ ਦਿਨ ਜੇ ਕੇਸ ਘੱਟ ਹੁੰਦੇ ਨੇ ਤਾਂ ਦੂਸਰੇ ਦਿਨ ਦੁੱਗਣੀ ਤਿੱਗਣੀ ਤੇਜ਼ੀ ਦੇ ਨਾਲ ਜਿਹੜੇ ਕੇਸ ਨੇ, ਮੌਤਾਂ ਦੀ ਗਿਣਤੀ ਜਿਹੜੀ ਹੈ ਉਹ ਵੱਧਦੀ ਨਜ਼ਰ ਆਉਂਦੀ ਹੈ। ਕਿਤੇ ਨਾ ਕਿਤੇ ਲਾਪਰਵਾਹੀ ਆਪਣੀ ਵੀ ਹੈ, ਕਿਤੇ ਨਾ ਕਿਤੇ ਲਾਪਰਵਾਹੀ ਜਿਹੜੀ ਹੈ ਸਰਕਾਰ ਦੀ ਵੀ ਨਜ਼ਰ ਆਉਂਦੀ ਹੈ। ਪਰ ਅਸਲ ਕਾਰਨ ਕੀ ਬਣਿਆ? ਇਹ ਕਰੋਨਾ ਵਾਇਰਸ ਕਿੱਥੋਂ ਆਇਆ? ਸੈਕਿੰਡ ਸਟ੍ਰੇਨ ਜਿਹੜੀ ਕਹੀ ਜਾਂਦੀ ਹੈ ਵੀ ਪਹਿਲੀ ਨਾਲੋਂ ਵੀ ਬਹੁਤ ਜ਼ਿਆਦਾ ਮਾਰੂ ਹੈ, ਮਹਾਮਾਰੀ ਹੈ, ਇਹ ਯੂਕੇ ਤੋਂ ਆਈ ਹੈ। ਯੂਕੇ ਤੋਂ ਕਿਵੇਂ ਜਨਰੇਟ ਹੋਈ, ਕੀ ਕਾਰਨ ਬਣੇ, ਇੰਡੀਆ ਕਿਵੇਂ ਆਈ? ਮੇਰੇ ਨਾਲ ਡਾਕਟਰ HK ਖਰਬੰਦਾ ਜੀ ਨੇ, ਆਪਾਂ ਉਹਨਾਂ ਨਾਲ ਪੂਰੀ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ, ਸ਼ੁਕਰੀਆ। ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੋਊਗਾ ਕਿ ਪਹਿਲਾਂ ਇੱਕ ਮਹਾਮਾਰੀ ਆਈ ਸੀ ਕਰੋਨਾ, ਪਹਿਲਾ ਫੇਜ਼ ਸੀਗਾ, ਪਹਿਲੀ ਸਟ੍ਰੇਨ ਆਪਾਂ ਕਹਿ ਸਕਦੇ ਹਾਂ, ਉਹ ਤਕਰੀਬਨ ਖਤਮ ਹੀ ਹੋਣ ਵਾਲੀ ਸੀ ਕਗਾਰ ਤੇ। ਹੁਣ ਉਸ ਤੋਂ ਬਾਅਦ ਸੈਕਿੰਡ ਸਟ੍ਰੇਨ ਜਿਹੜੀ ਉਸ ਤੋਂ ਵੀ ਮਹਾਮਾਰੀ ਜਿਹੜੀ ਆਪਾਂ ਭੈੜੀ ਕਹਿ ਸਕਦੇ ਹਾਂ, ਯੂਕੇ ਤੋਂ ਆਈ ਹੈ। ਕਿ ਯੂਕੇ ਤੋਂ ਇਹ ਖੁਦ ਬ ਖੁਦ ਬਣ ਗਈ ਜਾਂ ਆਪ ਹੀ ਮਿਊਟੇਟ ਕੀਤੀ? ਜਿਵੇਂ ਤੁਸੀਂ ਕਿਹਾ ਮਿਊਟੇਟ ਹੋਈ ਹੈ, ਇਹ ਆਪ ਹੀ ਮਿਊਟੇਟ ਹੁੰਦੀ ਹੈ ਜਾਂ ਕੀ ਅਸਲ ਕਾਰਨ ਕੀ ਹੈ ਵੀ ਉੱਥੋਂ ਮਿਊਟੇਸ਼ਨ ਹੋ ਕੇ ਫਿਰ ਇੱਥੇ ਵਾਪਸ ਆਈ? ਬਿਲਕੁਲ ਠੀਕ ਹੈ ਜੀ। ਅਸਲ ਦੇਖੋ ਕੱਲੇ ਯੂਕੇ ਤੋਂ ਨਹੀਂ ਆਈ, ਸਾਊਥ ਅਫਰੀਕਾ ਸਟ੍ਰੇਨ ਵੀ ਹੈ, ਬ੍ਰਾਜ਼ੀਲੀਅਨ ਸਟ੍ਰੇਨ ਵੀ ਹੈ। ਜਿੱਦਾਂ ਮਨੁੱਖ ਆਪਣੀ ਲੜਾਈ ਲੜ ਰਿਹਾ ਕਰੋਨਾ ਵਾਇਰਸ ਤੋਂ ਬਚਣ ਲਈ, ਅਸੀਂ ਰੋਜ਼ ਨਵੀਂ ਵੈਕਸੀਨ ਬਣਾ ਰਹੇ ਹਾਂ, ਉਸੇ ਤਰ੍ਹਾਂ ਇਹ ਵਾਇਰਸ ਵੀ ਆਪਣੀ ਹੋਂਦ ਦੀ ਲੜਾਈ ਲੜ ਰਿਹਾ। ਉਹ ਆਪਣੀ ਹੋਂਦ ਦੀ ਲੜਾਈ ਦੇ ਵਿੱਚ ਆਪਣੇ ਸਪਾਈਕ ਪ੍ਰੋਟੀਨ ਨੂੰ ਚੇਂਜ ਕਰ ਲੈਂਦਾ। ਆਪਣੇ ਸਪਾਈਕ ਪ੍ਰੋਟੀਨ ਚੇਂਜ ਕਰਕੇ, ਕਿਉਂਕਿ ਉਹਨੂੰ ਇਹ ਪਤਾ ਹੈ ਕਿ ਅਸੀਂ ਜਿਹੜੀ ਪਹਿਲੀ ਸਟ੍ਰੇਨ ਸੀ ਉਹਦੇ ਤੋਂ ਕਾਫੀ ਲੋਕਾਂ ਨੂੰ ਇਹ ਹੋ ਗਿਆ ਅਤੇ ਉਹਦਾ ਸਵਾਦ ਹੁਣ ਮਨੁੱਖ ਨੂੰ ਪਤਾ ਲੱਗ ਗਿਆ। ਉਹਦੇ ਖਿਲਾਫ ਐਂਟੀਬਾਡੀ ਸਾਡੇ ਸਰੀਰ 'ਚ ਬਣ ਗਈਆਂ ਔਰ ਉਹਦੇ ਖਿਲਾਫ ਵੈਕਸੀਨ ਵੀ ਤਿਆਰ ਹੋ ਗਈ ਹੈ ਔਰ ਲੱਗਣੀ ਵੀ ਸ਼ੁਰੂ ਹੋ ਗਈ ਹੈ। ਔਰ ਵਰਲਡ ਓਵਰ, ਹਿੰਦੁਸਤਾਨ ਤਾਂ ਚਲੋ ਪਿੱਛੇ ਹੈ, ਪਰ ਕਈ ਕੰਟਰੀਜ਼ 'ਚ ਬਹੁਤ ਸਪੀਡੀ ਤੌਰ 'ਤੇ ਪੂਰੇ ਦੇਸ਼ ਨੂੰ ਵੈਕਸੀਨ ਲੱਗ ਚੁੱਕੀ ਹੈ ਔਰ ਉਹਨਾਂ ਦੇ ਕੇਸਿਸ ਵੀ ਕਾਫੀ ਘਟ ਗਏ ਨੇ। ਅਸੀਂ ਚਾਈਨਾ ਦਾ ਐਗਜ਼ਾਮਪਲ ਲੈ ਲਈਏ, ਅਸੀਂ UK ਦਾ ਐਗਜ਼ਾਮਪਲ ਲੈ ਲਈਏ, ਅਸੀਂ USA ਦਾ ਐਗਜ਼ਾਮਪਲ ਲੈ ਲਈਏ, ਕਾਫੀ ਘਟ ਗਏ ਨੇ ਉੱਥੇ ਕੇਸਿਸ। ਉਹਦਾ ਰੀਜ਼ਨ ਇਹੀ ਹੈ ਕਿ ਮਾਸ ਵੈਕਸੀਨੇਸ਼ਨ ਹੋਈ ਹੈ, ਪੂਰੀ ਕੰਟਰੀ 'ਚ ਵੈਕਸੀਨੇਸ਼ਨ ਹੋਈ ਹੈ ਔਰ ਇਹ ਵੈਕਸੀਨੇਸ਼ਨ ਹੀ ਇਹਦਾ ਇਸ ਵਕਤ ਇੱਕੋ ਹੀ ਸੋਲਿਊਸ਼ਨ ਹੈ। ਵਰਨਾ ਇਹ ਵਾਇਰਸ ਰੋਜ਼ ਆਪਣਾ ਨਵਾਂ ਰੂਪ ਲਏਗਾ। ਇਹ ਮਿਊਟੇਸ਼ਨ ਪਤਾ ਹੀ ਨਹੀਂ ਸਾਨੂੰ ਕਿੰਨੀ ਵਾਰੀ ਚੇਂਜ ਕਰੇਗਾ। ਕਦੀ ਆਂਧਰਾ ਸਟ੍ਰੇਨ ਆ ਜਾਊਗਾ, ਕਦੀ ਸਾਊਥ ਅਫਰੀਕਨ ਸਟ੍ਰੇਨ ਆ ਜਾਏਗਾ, ਕਦੀ UK ਸਟ੍ਰੇਨ ਆ ਜਾਏਗਾ, ਕਦੀ ਬ੍ਰਾਜ਼ੀਲੀਅਨ ਸਟ੍ਰੇਨ ਆ ਜਾਏਗਾ। ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਕਿਹਾ ਸੀਗਾ ਕਿ ਹੁਣ ਪਹਿਲਾ ਫੇਜ਼ ਹੈ, ਦੂਸਰਾ ਫੇਜ਼ ਆਇਆ, ਹੁਣ ਸੈਕਿੰਡ ਸਟ੍ਰੇਨ ਆਈ ਹੈ, ਤੁਹਾਡਾ ਕਹਿਣਾ ਕਿ ਤੀਸਰਾ ਸਟ੍ਰੇਨ ਵੀ ਆਵੇਗਾ, ਚੌਥਾ ਵੀ ਆਵੇਗਾ? ਸਰ ਇੱਦਾਂ ਹੈ ਜੀ, ਦੇਖੋ ਜਿਹੜੀ ਵਰਲਡ ਓਵਰ ਸਾਇੰਟਿਸਟ ਦੀ ਪ੍ਰੈਡਿਕਸ਼ਨ ਹੈ ਜਾਂ ਜੋ ਉਹਨਾਂ ਦੇ ਸਟੱਡੀਜ਼ ਹੈਗੀਆਂ, ਉਹਦੇ ਹਿਸਾਬ ਨਾਲ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਜੇ ਅਸੀਂ ਇਹ ਵੈਕਸੀਨ ਸਮੇਂ ਸਿਰ ਨਾ ਲਗਾਈ ਤਾਂ ਤੀਜਾ ਵੀ ਸਟ੍ਰੇਨ ਆਏਗਾ। ਦੀਵਾਲੀ ਦੇ ਆਸ-ਪਾਸ ਇਹਦੇ ਆਉਣ ਦੀ ਉਮੀਦ ਹੈ ਔਰ ਇਸ ਮਹੀਨੇ ਦੇ ਐਂਡ ਤੱਕ ਇਹ ਜਿਹੜੀ ਸੈਕੰਡ ਵੇਵ ਹੈ ਇਹਦੀ ਪੀਕ ਆ ਕੇ ਠੱਲ ਪੈ ਜਾਏਗਾ। ਇਸ ਮਹੀਨੇ ਦੇ ਐਂਡ ਤੱਕ ਮੈਂ ਗੱਲ ਕਰ ਰਿਹਾ। ਸੋ ਸੈਕੰਡ ਦਾ ਠੱਲ ਪੈ ਜਾਏਗਾ ਇਸ ਮਹੀਨੇ, ਲੇਕਿਨ ਜੇ ਸਾਡੀ ਵੈਕਸੀਨੇਸ਼ਨ ਬਹੁਤ ਜ਼ਿਆਦਾ ਤੇਜ਼ੀ ਨਾਲ ਨਾ ਹੋਈ ਤਾਂ ਦੀਵਾਲੀ ਦੇ ਆਸ-ਪਾਸ ਤੀਜੀ ਲਹਿਰ ਆਉਣ ਦੀ ਪੂਰੀ ਉਮੀਦ ਹੈ। ਔਰ ਉਸ ਲਹਿਰ 'ਚ ਕਿਉਂਕਿ ਵੱਡਿਆਂ ਸਾਰਿਆਂ ਨੂੰ ਵੈਕਸੀਨ ਲੱਗ ਗਈ ਹੋਏਗੀ, ਕਾਫੀ ਲੋਕਾਂ ਨੂੰ, ਅਤੇ ਬੱਚੇ ਵੀ ਇਨਵੋਲਵ ਜ਼ਿਆਦਾ ਹੋਣਗੇ ਉਹਦੇ 'ਚ।
ਅੱਛਾ, ਹੁਣ ਕੋਈ ਵੈਕਸੀਨ ਜਿਹੜੀ ਹੈ ਉਹ ਟੈਸਟ ਕੀਤੀ ਗਈ ਹੈ, ਜਿਵੇਂ 18 ਸਾਲ ਤੋਂ ਵੱਧ ਘੱਟ ਉਮਰ ਦੇ ਵਿੱਚ ਜਿਹੜੇ ਬੱਚਿਆਂ ਦੇ ਉੱਤੇ ਹਜੇ ਟੈਸਟ ਨਹੀਂ ਕੀਤੀ ਗਈ, ਇਸ ਲਈ ਕੋਈ ਵੈਕਸੀਨ ਜਿਹੜੀ ਹਜੇ ਨਹੀਂ 18 ਸਾਲ ਤੋਂ ਘੱਟ ਵਾਸਤੇ ਆਈ? ਕਿ ਬਾਕੀ ਦੇਸ਼ਾਂ ਦੇ ਵਿੱਚ ਜਿਵੇਂ ਯੂਕੇ ਦੀ ਗੱਲ ਕਰਾਂ ਜਾਂ ਚਾਈਨਾ, ਜਿੱਥੇ ਇਹ ਸ਼ੁਰੂਆਤ ਹੋਈ ਸੀ, ਹੁਣ ਯੂਕੇ ਸਟ੍ਰੇਨ ਆਇਆ ਵੀ, ਉਹਨਾਂ ਵਿੱਚ ਜਦੋਂ ਤੁਸੀਂ ਦੱਸਿਆ ਕਿ ਵੈਕਸੀਨੇਸ਼ਨ ਬਹੁਤ ਵੱਡੇ ਪੱਧਰ ਤੇ ਲਗਾਤੀ ਹੈ, ਉੱਥੇ ਉਹਨਾਂ ਨੇ ਛੋਟੇ ਬੱਚਿਆਂ ਤੇ ਵੀ ਜਿਹੜੀ ਵੈਕਸੀਨੇਸ਼ਨ ਕਰੀ ਹੈ। US 'ਚ 12 ਤੋਂ 18 ਦੀ ਏਜ ਤੇ ਵੈਕਸੀਨੇਸ਼ਨ ਅਪਰੂਵ ਹੋ ਗਈ ਹੈ ਔਰ ਲੱਗਣੀ ਸ਼ੁਰੂ ਹੋ ਗਈ ਹੈ। ਇਹ ਮੈਂ USA ਦੀ ਗੱਲ ਕਰ ਰਿਹਾ। 12 ਤੋਂ 18 ਸਾਲ ਦੀ ਉਮਰ 'ਚ USA 'ਚ ਟਰਾਇਲ ਤੋਂ ਬਾਅਦ ਇਹ ਕੱਲ੍ਹ ਹੀ ਖਬਰ ਆਈ ਹੈ ਸਾਡੇ ਕੋਲ ਕਿ ਉੱਥੇ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ ਜਿਹੜੀ ਸਪੂਤਨਿਕ ਹੈ ਉਹ 16 17 18 16 + 18 ਉਹਨਾਂ ਨੂੰ ਵੀ ਟਰਾਇਲ ਹੋਇਆ ਉਹਦਾ। ਤੇ ਹਿੰਦੁਸਤਾਨ 'ਚ ਸਾਡੀ ਦੋਨੋਂ ਵੈਕਸੀਨ ਦੇ ਹੁਣ ਤਾਜ਼ੇ ਟਰਾਇਲ ਹਲੇ ਹੋ ਰਹੇ ਨੇ, ਸ਼ੁਰੂ ਹੋ ਚੁੱਕੇ ਨੇ। ਦੇਖੋ ਕਿੰਨੀ ਜਲਦੀ ਹੋ ਸਕਦਾ ਹੈ, ਕਿਉਂਕਿ ਹਰ ਕੰਮ ਇਸ ਵਕਤ ਵਾਰ ਫੁਟੇਜ ਤੇ ਹੋ ਰਿਹਾ। ਤੇ ਉਮੀਦ ਹੈ ਆਉਣ ਵਾਲੇ ਕੁਝ ਮਹੀਨਿਆਂ 'ਚ ਬੱਚਿਆਂ ਲਈ ਵੀ ਵੈਕਸੀਨ ਹਿੰਦੁਸਤਾਨ 'ਚ ਵੀ ਸ਼ੁਰੂ ਹੋ ਜਾਏਗੀ। ਅੱਛਾ ਡਾਕਟਰ ਸਾਹਿਬ, ਵੈਸੇ ਕਿਤੇ ਨਾ ਕਿਤੇ ਕਿਹੜੇ ਲੋਕ ਨੇ ਨਾ ਉਹ ਵੈਕਸੀਨੇਸ਼ਨ ਤੋਂ ਡਰ ਰਹੇ ਨੇ, ਵੈਕਸੀਨੇਸ਼ਨ ਨਹੀਂ ਲਗਵਾਉਣੀ ਚਾਹੀਦੀ। ਇੱਕ ਲੋਕਾਂ ਦੇ ਮਨਾਂ ਦੇ ਵਿੱਚ ਭਰਮ ਬਹੁਤ ਵੱਡੇ ਫੈਲਾਏ ਜਾ ਰਹੇ ਨੇ, ਆਮ ਪਿੰਡਾਂ ਦੇ ਵਿੱਚ ਵੀ ਤੇ ਸ਼ਹਿਰਾਂ ਦੇ ਵਿੱਚ ਵੀ, ਕਿ ਵੈਕਸੀਨੇਸ਼ਨ ਦੇ ਵਿੱਚ ਪਤਾ ਨਹੀਂ ਕੀ ਕੁਝ ਲਗਾਇਆ। ਯਾਰ ਤੁਹਾਨੂੰ ਕੀ ਪਤਾ ਲੱਗਦਾ ਵੀ ਵੈਕਸੀਨੇਸ਼ਨ ਦੇ ਵਿੱਚ ਕੀ ਲਗਾ ਕੇ ਕਿਵੇਂ ਲੱਗਦਾ ਵੇ? ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਟੀਕਾ ਲੱਗਦਾ ਵੀ ਨਹੀਂ ਹੈਗਾ ਆ, ਉਹ ਟੀਕਾ ਜਿਹੜਾ ਸਿਰਿੰਜ ਜਿਹੜੀ ਹੁੰਦੀ ਆ ਉਹ ਉੱਪਰ ਨੀਚੇ ਹੋ ਜਾਂਦੀ ਹੈ। ਕੋਈ ਇਹੋ ਜਿਹੀਆਂ ਵੀਡੀਓ ਜਿਹੜੇ ਲੋਕਾਂ ਨੂੰ ਥੋੜ੍ਹਾ ਦੋ ਚਿੱਤੀ ਦੇ ਵਿੱਚ ਪਾਉਂਦੀਆਂ ਨੇ ਵੀ ਵੈਕਸੀਨੇਸ਼ਨ ਲਗਵਾਉਣੀ ਚਾਹੀਦੀ ਹੈ ਕਿ ਨਹੀਂ? ਦੇਖੋ ਗੱਲ ਇਹ ਹੈ, ਇਹ WHO ਨੇ ਵੈਕਸੀਨ ਪਹਿਲੇ ਅਪਰੂਵ ਕੀਤੀ, ਉਸ ਤੋਂ ਬਾਅਦ ਐਮਰਜੈਂਸੀ ਅਪਰੂਵਲ ਭਾਰਤ ਸਰਕਾਰ ਨੇ ਦਿੱਤੀ। ਭਾਰਤ ਸਰਕਾਰ 'ਚ ਇਹਦੀਆਂ ਨਿਊਟਰਲ ਬਾਡੀਜ਼ ਬਣੀਆਂ ਹੋਈਆਂ, ਉਹਦੇ 'ਚ ਸਰਕਾਰੀ ਬਾਡੀਆਂ ਨਹੀਂ ਹੈਗੀਆਂ। ਇਹ ਡਰੱਗ ਕੰਟਰੋਲਰ ਆਫ ਇੰਡੀਆ ਔਰ ICMR, ਇਹ ਜਿੰਨੇ ਵੀ ਸੰਸਥਾਵਾਂ ਨੇ ਇਹਨਾਂ 'ਚ ਇਹ ਨਿਊਟਰਲ ਬਾਡੀਜ਼ ਨੇ। ਇਹਦੇ 'ਚ ਵਰਲਡ ਲੈਵਲ ਦੇ ਸਾਇੰਟਿਸਟ ਬੈਠੇ ਨੇ, ਸਾਰੇ ਸਰਕਾਰੀ ਅਫਸਰ ਵੀ ਨਹੀਂ ਹੈਗੇ। ਸਾਇੰਟਿਸਟ ਜਿਹੜੇ ਕਈ ਨੇ ਉਹ ਨਿਊਟਰਲ ਬਾਡੀਜ਼ ਹੈ। ਨਿਊਟਰਲ ਬਾਡੀਜ਼ ਤੋਂ ਪਾਸ ਹੋ ਕੇ ਹੀ ਵੈਕਸੀਨ ਇਹ ਅਲਾਊ ਹੋਈ ਹੈ, ਇਹ ਐਵੇਂ ਨਹੀਂ ਹੈ। ਔਰ ਇਹਦੇ 'ਚ ਕੋਈ ਡਾਊਟ ਦਾ ਸੀਨ ਨਹੀਂ ਹੈ। ਸਭ ਤੋਂ ਪਹਿਲਾਂ ਵੈਕਸੀਨ ਕਿਹਨੇ ਲਵਾਈ ਹਿੰਦੁਸਤਾਨ 'ਚ? ਫਰੰਟ ਲਾਈਨ ਵਰਕਰਸ, ਸਭ ਤੋਂ ਪਹਿਲਾਂ ਹੈਲਥ ਵਰਕਰਸ ਨੂੰ ਲੱਗੀ, ਪਹਿਲੀ ਕੈਟਾਗਰੀ ਉਹ ਸੀ ਹਿੰਦੁਸਤਾਨ ਦੇ। ਮੈਂ ਨਾਮ ਲੈਣਾ ਚਾਹਾਂਗਾ ਦੋ ਚਾਰ, ਡਾਕਟਰ KK ਅਗਰਵਾਲ, ਡਾਕਟਰ ਨਰੇਸ਼ ਤ੍ਰਿਹਨ, ਡਾਕਟਰ KK ਤਲਵਾਰ। ਸੋ ਮੁੱਢਲੇ ਜਿਹੜੇ ਹਿੰਦੁਸਤਾਨ ਦੇ ਸਭ ਤੋਂ ਇਸ ਵਕਤ ਮੁਅੱਜਜ਼ ਡਾਕਟਰ ਨੇ, ਸਭ ਤੋਂ ਪਹਿਲਾਂ ਉਹਨਾਂ ਨੇ ਖੁਦ ਨੂੰ ਵੈਕਸੀਨ ਲਵਾਈ। ਔਰ ਉਹਨਾਂ ਦੀ ਸਾਰਿਆਂ ਦੀ ਉਮਰ ਵੀ 60 ਤੋਂ 70 ਦੇ ਵਿੱਚ ਹੈ। ਜੇ ਉਹ ਆਪਣੇ ਆਪ ਨੂੰ ਵਲੰਟੀਅਰ ਕਰ ਸਕਦੇ ਨੇ, ਉਹ ਤੁਹਾਡੇ ਸਾਹਮਣੇ ਇੱਕ ਨਮੂਨਾ ਪੇਸ਼ ਕਰ ਸਕਦੇ ਨੇ, ਤੇ ਬਾਕੀਆਂ ਨੂੰ ਡਰਨ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਅੱਛਾ ਡਾਕਟਰ ਸਾਹਿਬ, ਇਹਦੇ ਨਾਲ ਹੀ ਇੱਕ ਸਵਾਲ ਜੁੜਦਾ ਆ, ਉਹ ਇਹ ਹੈ ਕਿ ਪਿੰਡਾਂ ਦੇ ਵਿੱਚ ਦੇਖੀਏ ਤਾਂ ਪਿੰਡਾਂ ਦੇ ਵਿੱਚ ਜੇ ਕੇਸਿਸ ਨੇ ਬਹੁਤ ਘੱਟ ਨੇ। ਉੱਥੇ ਭੀੜ ਭਾੜ ਤਾਂ ਹਾਲਾਂਕਿ ਉੱਥੇ ਵੀ ਹੁੰਦੇ ਨੇ, ਕੰਮ ਉਹ ਵੀ ਕਰਦੇ ਨੇ, ਬਾਹਰ ਉਹ ਵੀ ਜਾਂਦੇ ਨੇ, ਸ਼ਹਿਰਾਂ ਦੇ ਵਿੱਚ ਜਾਂਦੇ ਨੇ, ਪਰ ਪਿੰਡੂ ਜਿਹੜਾ ਇਲਾਕਾ ਆ ਉਹ ਇਸ ਚੀਜ਼ ਤੋਂ ਕਾਫੀ ਬਚਿਆ ਹੋਇਆ। ਕੀ ਕਾਰਨ ਮੰਨਦੇ ਵੀ ਸ਼ਹਿਰੀ ਇਲਾਕਾ ਇੰਨਾ ਕਿਉਂ ਇਸ ਚੀਜ਼ ਦੇ ਵਿੱਚ ਫਸ ਰਿਹਾ, ਪਿੰਡੂ ਇਲਾਕਾ ਕਿਵੇਂ ਬਚਿਆ? ਤੁਸੀਂ UP ਦਾ ਐਗਜ਼ਾਮਪਲ ਲਓ। ਇਸ ਵਕਤ UP ਦੇ ਹਰ ਪਿੰਡ 'ਚ ਕਰੋਨਾ ਵਾਇਰਸ ਹੈ। ਕਿਉਂ ਹੈ? ਪਿੰਡਾਂ 'ਚ ਭਰਾ ਜੀ ਟੈਸਟਿੰਗ ਨਹੀਂ ਹੁੰਦੀ, ਪਿੰਡ ਵਾਲਿਆਂ ਨੂੰ ਜਾਣਕਾਰੀ ਨਹੀਂ ਹੈ ਬਿਮਾਰੀ ਦੀ, ਪਿੰਡ ਵਾਲੇ ਇਗਨੋਰ ਕਰਦੇ ਨੇ। ਪਿੰਡ 'ਚ ਨਾ ਡਾਕਟਰ ਹੈ ਕੋਈ, ਤੇ ਨਾ ਹੀ ਮਰੀਜ਼ਾਂ ਨੂੰ ਲੋਕਾਂ ਨੂੰ ਇੰਨੀ ਸਮਝ ਹੈ ਕਿ ਉਹ ਜਾ ਕੇ ਟੈਸਟਿੰਗ ਕਰਾ ਲੈਣ। ਔਰ ਪਿੰਡ 'ਚ ਸਾਡਾ ਹੈਲਥ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ ਕਮਜ਼ੋਰ ਹੈ, ਕਮਜ਼ੋਰ ਨਹੀਂ ਬਹੁਤ ਜ਼ਿਆਦਾ ਕਮਜ਼ੋਰ ਹੈ। ਜੇ ਪਿੰਡ ਤੋਂ RT-PCR ਦਾ ਸੈਂਪਲ ਵੀ ਲਿਆ ਜਾਏਗਾ ਤੇ ਸ਼ਹਿਰ 'ਚ ਭੇਜਿਆ ਜਾਏਗਾ ਔਰ 7 ਦਿਨ ਬਾਅਦ ਰਿਪੋਰਟ ਆਏਗੀ ਉਹਦੀ। ਇਹ ਹਾਲਾਤ ਨੇ ਭਾਰਤ ਦੇ ਪਿੰਡਾਂ ਦੇ। ਸੋ ਇਸ ਕਰਕੇ ਪਿੰਡਾਂ 'ਚ ਵੀ ਵਾਇਰਸ ਤਾਂ ਉਨਾ ਹੀ ਹੈ, ਸਿਰਫ ਉੱਥੇ ਸਾਡੀ ਟੈਸਟਿੰਗ ਔਰ ਇਨਫਰਾਸਟ੍ਰਕਚਰ ਦੀ ਕਮੀ ਦੇ ਕਾਰਨ ਸਾਨੂੰ ਪਤਾ ਨਹੀਂ ਲੱਗ ਪਾ ਰਿਹਾ। ਅੱਛਾ, ਤੁਸੀਂ ਹੁਣ ਜਿਵੇਂ ਦੱਸਿਆ ਸੀਗਾ ਕਿ ਸੈਕਿੰਡ ਸਟ੍ਰੇਨ, ਥਰਡ ਸਟ੍ਰੇਨ ਵੀ ਆਵੇਗੀ, ਹੋ ਸਕਦਾ ਫੋਰਥ ਸਟ੍ਰੇਨ ਵੀ ਆਵੇ ਜਾਂ ਉਸ ਤੋਂ ਬਾਅਦ ਵੀ ਸਟ੍ਰੇਨ ਆ ਸਕਦੀਆਂ ਨੇ। ਫਿਰ ਜਿਹੜਾ ਸਿਲਸਿਲਾ ਹੈ ਵੈਕਸੀਨੇਸ਼ਨ ਦਾ ਸਿਲਸਿਲਾ ਆ ਜਾਂ ਮਹਾਮਾਰੀ ਦਾ ਮੌਤਾਂ ਦਾ ਗਿਣਤੀ ਹੈ, ਇਹ ਘਟੂਗੀ ਕਦੋਂ? ਮਤਲਬ ਕਿ ਕਹਿਣ ਦਾ ਮਤਲਬ ਇਹ ਹੈ ਵੀ ਲੋਕਡਾਊਨ ਕਿਵੇਂ ਕਦੋਂ ਬੰਦ ਹੋਊਗਾ, ਲੋਕ ਫਿਰ ਤੋਂ ਖੁੱਲੀ ਤਰੀਕੇ ਦੇ ਨਾਲ ਜ਼ਿੰਦਗੀ ਕਿਵੇਂ ਜੀ ਸਕਦੇ ਨੇ? ਜੀ ਬਹੁਤ ਅੱਛਾ ਸਵਾਲ ਹੈ ਤੁਹਾਡਾ। ਦੇਖੋ ਗੁਰਪ੍ਰੀਤ ਜੀ, ਇਹ ਸਾਡੇ ਉੱਤੇ ਡਿਪੈਂਡੈਂਟ ਹੈ। ਦੇਖੋ ਪਹਿਲੀ ਹਲੇ ਵੇਵ ਗਈ ਨਹੀਂ ਸੀ, WHO ਨੇ ਮਹਾਮਾਰੀ ਇਹ ਨਹੀਂ ਸੀ ਕਿਹਾ ਕਿ ਮਹਾਮਾਰੀ ਚਲੀ ਗਈ ਹੈ, ਕਿਸੇ ਨੇ ਨਹੀਂ ਸੀ ਕਿਹਾ, ਵਰਲਡ ਓਵਰ ਇੱਕ ਬਾਡੀ ਨੇ ਵੀ ਨਹੀਂ ਸੀ ਕਿਹਾ ਕਿ ਮਹਾਮਾਰੀ ਚਲੀ ਗਈ ਹੈ। ਅਸੀਂ ਕੀ ਕੀਤਾ, ਹਿੰਦੁਸਤਾਨ ਨੇ ਜਨਵਰੀ ਔਰ ਫਰਵਰੀ ਦੇ ਮਹੀਨੇ 'ਚ ਜਦੋਂ ਕੇਸਿਸ ਦਾ ਠੱਲ ਪਈ ਤਾਂ ਸਾਰਿਆਂ ਨੇ ਮਾਸਕ ਉਤਾਰਤੇ, ਇਲੈਕਸ਼ਨ ਦੀਆਂ ਰੈਲੀਆਂ ਸ਼ੁਰੂ ਹੋ ਗਈਆਂ, ਪ੍ਰੋਪਰ ਪਾਰਟੀਆਂ ਸ਼ੁਰੂ ਹੋ ਗਈਆਂ, ਵਿਆਹ ਸ਼ੁਰੂ ਹੋ ਗਏ, ਸਭ ਕੁਝ ਸ਼ੁਰੂ ਹੋ ਗਿਆ। ਅਸੀਂ ਹੱਦ ਮੁਕਾ ਦਿੱਤੀ ਕਿਸੇ ਵੀ ਇਹਦੇ ਮਹਾਮਾਰੀ ਦੇ ਕਾਨੂੰਨ ਮੰਨਣ 'ਤੇ। ਜੇ ਅਸੀਂ ਮੰਨੇ ਨਾ ਸਰਕਾਰ ਨੇ ਮੰਨਵਾਏ, ਸਖਤੀ 'ਚ ਵੀ ਕਮੀ ਹੋਈ, ਕੜਾਈ 'ਚ ਵੀ ਕਮੀ ਹੋਈ, ਹਰ ਪਾਸਿਓਂ ਲੈਪਸ ਹੋਇਆ, ਸਰਕਾਰ ਵੱਲੋਂ ਵੀ ਲੈਪਸ ਹੋਇਆ, ਜਨਤਾ ਵੱਲੋਂ ਵੀ ਲੈਪਸ ਹੋਇਆ। ਦੇਖੋ ਜਦ ਤੱਕ ਅਸੀਂ ਨਹੀਂ ਸੁਧਰਾਂਗੇ ਤਾਂ ਇਹ ਮਹਾਮਾਰੀ ਨਹੀਂ ਜਾਣ ਵਾਲੀ। ਉਹਨੇ ਆਪਣਾ ਵਾਇਰਸ ਨੇ ਰੂਪ ਬਦਲਦੇ ਰਹਿਣਾ, ਨਵੇਂ ਰੂਪ ਲੈ ਕੇ ਉਹਨੇ ਆਉਂਦੇ ਰਹਿਣਾ। ਔਰ ਇਹ ਸਾਨੂੰ ਇੰਨਾ ਵਿਸ਼ੀਅਸ ਸਾਈਕਲ ਹੈ,
ਇਹ ਸਾਨੂੰ ਭੰਬੜ ਭੂਸੇ 'ਚ ਪਾਈ ਰੱਖੇਗਾ। ਸਾਨੂੰ ਵੈਕਸੀਨ 'ਚ ਬਦਲਾਵ ਕਰਨੇ ਪੈਣਗੇ। ਦੇਖੋ ਮਾਰਨ ਦਾ ਤਰੀਕਾ ਇੱਕੋ ਹੀ ਹੈ, ਹਰਡ ਇਮਿਊਨਿਟੀ। ਹਰਡ ਇਮਿਊਨਿਟੀ ਕਦੋਂ ਆਉਂਦੀ ਹੈ? ਜਦੋਂ ਸਮਾਜ ਦਾ 70% ਹਿੱਸਾ, ਸਾਡੇ ਚੋਂ 70% ਲੋਕਾਂ 'ਚ ਇਮਿਊਨਿਟੀ ਡਿਵੈਲਪ ਹੋਏ। ਉਹ ਕਿੱਦਾਂ ਡਿਵੈਲਪ ਹੋਏਗੀ? ਜਾਂ ਵੈਕਸੀਨ ਨਾਲ ਜਾਂ ਨੈਚੁਰਲ 25 ਤੋਂ 30%। ਜੇ ਹੁਣ ਅਸੀਂ ਪੋਜ਼ਿਟਿਵਿਟੀ ਰੇਟ ਲਈਏ ਅੱਜ ਦੀ ਡੇਟ 'ਚ ਤਾਂ ਉਹ ਵੀ 25% ਹੈ। 25% ਦਾ ਮਤਲਬ ਹੈ ਵੀ ਸਾਡੇ ਚੋਂ 25% ਲੋਕਾਂ 'ਚ ਹਰਡ ਇਮਿਊਨਿਟੀ ਐਂਟੀਬਾਡੀਜ਼ ਬਣ ਗਈਆਂ ਨੇ, ਤੇ 25 ਤੋਂ ਘੱਟੋ ਘੱਟ 50 ਤਾਂ ਹੋਰ ਵੈਕਸੀਨ ਲਵਾਉਣ। ਸੋ ਜਦ ਤੱਕ ਹਿੰਦੁਸਤਾਨ 'ਚ 40 ਤੋਂ 50% ਦੀ ਜਨਤਾ ਨੂੰ ਵੈਕਸੀਨ ਨਹੀਂ ਲੱਗਦੀ, ਤਦ ਤੱਕ ਇਹ ਵਾਇਰਸ ਬੈਕਫੁੱਟ ਤੇ ਨਹੀਂ ਜਾਏਗਾ, ਤਦ ਤੱਕ ਇਹ ਵਾਇਰਸ ਇੱਦਾਂ ਹੀ ਸਾਨੂੰ ਤੰਗ ਕਰਦਾ ਰਹੇਗਾ। ਕੀ ਲੱਗਦਾ ਹੋਰ ਕਿੰਨਾ ਕੁ ਸਮਾਂ ਲੱਗ ਸਕਦਾ ਵੀ ਜਿਹੜੇ ਇਸ ਤੋਂ ਪ੍ਰੋਪਰ ਤਰੀਕੇ ਨਾਲ ਆਪਾਂ ਨੂੰ ਨਿਜਾਤ ਪਾ ਸਕਦੇ ਹਾਂ ਆਪਾਂ? ਸਰ ਇਹਦੇ 'ਚ ਵੀ ਦੋ ਗੱਲਾਂ ਨੇ। ਇੱਕ ਤਾਂ ਸਰਕਾਰਾਂ ਵੱਲੋਂ ਵੈਕਸੀਨ ਲਗਾਉਣ ਦੀ ਸਪੀਡ ਇੰਨੀ ਤੇਜ਼ ਕੀਤੀ ਜਾਏ। ਮੈਂ ਕਹਿੰਦਾ ਜੀ ਇਸ ਵਕਤ ਜੋ ਜ਼ਰੂਰਤ ਹੈ ਉਹ ਸਰਕਾਰ ਦੇ ਨਾਲ ਨਾਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ, ਵੱਡੇ NGOs ਨੂੰ, ਸਭ ਨੂੰ ਮਿਲ ਕੇ ਵੈਕਸੀਨੇਸ਼ਨ ਵਾਲੇ ਪੂਰਾ ਧਿਆਨ ਦੇਣਾ ਚਾਹੀਦਾ ਹੈ। ਦੇਖੋ ਇਸ ਵਕਤ ਮਹਾਮਾਰੀ ਦਾ ਮਤਲਬ ਹੈ ਕਿ ਹੋਂਦ ਦੀ ਲੜਾਈ। ਅਸੀਂ ਹੋਂਦ ਦੀ ਲੜਾਈ ਲੜ ਰਹੇ ਹਾਂ। ਜੇ ਸਾਰੇ ਇਕੱਠੇ ਹੋ ਕੇ ਜਿਹੜੇ ਸક્ષਮ ਨੇ, ਜਿਨ੍ਹਾਂ ਕੋਲ 4 ਪੈਸੇ ਹੈਗੇ ਨੇ, ਵੱਡੇ ਕਾਰਪੋਰੇਟ ਘਰਾਣਿਆਂ ਨੂੰ ਇਸ ਵਕਤ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਨੂੰ ਵੈਕਸੀਨ ਦੀ ਫੰਡਿੰਗ ਕਰਨੀ ਚਾਹੀਦੀ ਹੈ ਔਰ ਇੰਨੀ ਜ਼ਿਆਦਾ ਵੈਕਸੀਨ ਲੱਗਣੀ ਚਾਹੀਦੀ ਹੈ। ਦੇਖੋ ਇੰਪੋਰਟ ਵੈਕਸੀਨ ਕਰਨ 'ਤੇ ਕੋਈ ਸ਼ੁਲਕ ਨਹੀਂ ਹੈ। ਭਾਰਤ ਸਰਕਾਰ ਨੇ ਅਲਾਉ ਕੀਤਾ ਹੋਇਆ। ਕੋਈ ਵੀ ਘਰਾਣਾ ਪੂਰੇ ਵਰਲਡ 'ਚੋਂ ਮਲਟੀਨੈਸ਼ਨਲ ਕੰਪਨੀਆਂ ਨੂੰ ਅਸੀਂ ਆਪਣੇ ਦੇਸ਼ 'ਚ ਆ ਕੇ ਬਿਜ਼ਨਸ ਕਰਨ ਦੀ ਇਜਾਜ਼ਤ ਦਿੱਤੀ ਹੈ, ਤੇ ਉਹਨਾਂ ਨੂੰ ਕਿਉਂ ਨਹੀਂ ਹੁਣ ਕਿਹਾ ਜਾਂਦਾ ਕਿ ਵੀ ਤੁਸੀਂ ਵੈਕਸੀਨ ਲਿਆਓ ਆਪਣੇ ਕੰਟਰੀ ਤੋਂ? ਇਹ ਭਾਰਤ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਇਹ ਰਿਕੁਐਸਟ ਕਰੇ ਵੀ ਅਸੀਂ ਤੁਹਾਨੂੰ ਕਰੋੜਾਂ ਰੁਪਏ ਕਮਾਉਣ ਦੀ ਇਜਾਜ਼ਤ ਦਿੱਤੀ ਹੈ, ਤੇ ਇਹ ਵਕਤ ਆਇਆ ਸਾਡੀ ਦੇਸ਼ ਦੀ ਸੇਵਾ ਦਾ, ਲਿਆਓ ਤੁਸੀਂ ਵੈਕਸੀਨ ਸਾਡੇ ਲਿਆਓ, ਇੰਪੋਰਟ ਕਰਵਾਓ ਤੇ ਲਗਾਓ। ਸੋ ਇਸ ਵਕਤ ਤਾਂ ਸਿਰਫ ਜਿੰਨੀ ਜਲਦੀ ਵੈਕਸੀਨੇਸ਼ਨ ਲੱਗੇਗੀ ਪੂਰੇ ਦੇਸ਼ ਨੂੰ ਤਾਂ ਹੀ ਅਸੀਂ ਬਚ ਸਕਦੇ ਹਾਂ, ਵਰਨਾ ਇਹ ਸਾਈਕਲ ਨਹੀਂ ਖਤਮ ਹੋਣਾ। ਡਾਕਟਰ ਸਾਹਿਬ ਇੱਕ ਹੋਰ ਬੜੀ ਚੀਜ਼ ਸਾਹਮਣੇ ਆ ਰਹੀ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਦੇਖਿਆ ਜਾ ਰਿਹਾ ਵੀ ਕਹਿੰਦੇ ਕਰੋਨਾ ਨਾਲ ਇੰਨੇ ਲੋਕ ਨਹੀਂ ਮਰ ਰਹੇ, ਇੱਕ ਹੋਰ ਮਹਾਮਾਰੀ ਦਾ ਨਾਮ ਲੈ ਰਹੇ ਨੇ, ਬਲੈਕ ਫੰਗਸ ਕਹਿ ਰਹੇ ਨੇ, ਕਾਲੀ ਫੰਗਸ ਕਿ ਜਿਹਨੂੰ ਕਿਹਾ ਜਾਂਦਾ ਆ। ਤੁਹਾਡਾ ਕੀ ਮੰਨਣਾ ਵੀ ਉਹ ਕਿੰਨੀ ਕੁ ਮਾਰੂ ਹੈ ਅਸਲ ਦੇ ਵਿੱਚ? ਕਰੋਨਾ ਪੇਸ਼ੈਂਟਸ ਨੂੰ ਕਹਿੰਦੇ ਵੀ ਅੰਨਾ ਕਰ ਦਿੰਦੀ ਹੈ। ਦੇਖੋ ਇਹ ਮਿਊਕਰਮਾਈਕੋਸਿਸ ਹੈ। ਮਿਊਕਰਮਾਈਕੋਸਿਸ ਇੱਕ ਤਰ੍ਹਾਂ ਦੀ ਫੰਗਲ ਡਿਜ਼ੀਜ਼ ਹੈ। ਇਹ ਅੱਜ ਨਵੀਂ ਨਹੀਂ ਆਈ ਕੋਈ, ਇਹ ਫੰਗਸ ਪਹਿਲੇ ਤੋਂ ਹੀ ਹੈ। ਇਹ এনवायरमेंट 'ਚ ਹੈਗੀ ਹੈ, ਲੇਕਿਨ ਜਦੋਂ ਇਹਨੂੰ ਫੇਵਰੇਬਲ ਸਰਕਮਸਟੈਂਸਸ ਮਿਲਦੇ, ਜਦੋਂ ਇਹਨੂੰ ਆਪਣੇ ਜ਼ਰੂਰਤ ਦਾ ਮਾਹੌਲ ਮਿਲਦਾ ਤਾਂ ਇਹ ਅਟੈਕ ਕਰਦੀ ਹੈ। ਔਰ ਇਹ ਫੇਸ ਦੇ ਏਰੀਆ 'ਚ ਇੱਥੇ ਬੇਸਿਕਲੀ ਇੱਥੇ ਹੁੰਦੀ ਹੈ। ਇਸ ਤੋਂ ਬਾਅਦ ਇੱਥੇ ਆ ਜਾਂਦੀ ਅੱਖਾਂ 'ਚ ਜਾਂ ਬ੍ਰੇਨ 'ਚ ਚਲੀ ਜਾਂਦੀ ਹੈ ਕੁਝ ਕੇਸਿਸ। ਇਹ ਮਿਊਕਰਮਾਈਕੋਸਿਸ ਇੱਕ ਫਫੂੰਦ ਹੈ ਔਰ ਇਹ, ਲੇਕਿਨ ਇਹ ਹੈ ਜਦ ਤੱਕ ਤਾਂ ਇਹ ਰਹਿੰਦੀ ਹੈ ਸਾਡੇ ਇੱਥੇ ਫਿਰ ਤਾਂ ਠੀਕ ਹੈ, ਲੇਕਿਨ ਜਦੋਂ ਇਹ ਬਲੱਡ ਵੈਸਲ 'ਚ ਆ ਜਾਂਦੀ ਹੈ ਫਿਰ ਇਹ ਮਾਰਕ ਹੈ। ਲੇਕਿਨ ਇਹ ਸਿਰਫ 1% ਜਨਤਾ 'ਚ ਆ ਸਕਦੀ ਵੱਧ ਤੋਂ ਵੱਧ, ਔਰ ਵਰਨਾ ਇਹ ਕੁਝ % ਲੋਕਾਂ 'ਚ ਆਏਗੀ। ਸਿਰਫ ਉਹਨਾਂ ਲੋਕਾਂ 'ਚ ਆਏਗੀ ਜਿਨ੍ਹਾਂ 'ਤੇ ਹੈਵੀ ਸਟੀਰੋਇਡਸ ਦਿੱਤੇ ਜਾ ਰਹੇ ਨੇ, ਜਿਹੜੇ ਸਿਰਫ ਦੇਖੋ ਮਿਊਕਰਮਾਈਕੋਸਿਸ ਦਾ ਕੇਸ ਸਿਰਫ ਉਹਨਾਂ 'ਚ ਆਏਗਾ ਜਿਹੜੇ ਹਸਪਤਾਲ 'ਚ ਦਾਖਲ ਨੇ, ਉਹਨਾਂ 'ਚੋਂ ਵੀ ਜਿਹੜੇ ਵੈਂਟੀਲੇਟਰ 'ਤੇ ਨੇ ਜਾਂ ਜਿਹੜੇ ਕ੍ਰਿਟੀਕਲੀ ਇਲ ਨੇ, ਸਿਰਫ ਉਹਨਾਂ 'ਚ ਆਏਗਾ। ਉਹਨਾਂ 'ਚ ਵੀ ਦੇਖੋ ਇੱਕ ਵਾਰਨਿੰਗ ਸਾਈਨ ਅਸੀਂ ਦੇ ਸਕਦੇ ਹਾਂ ਮਰੀਜ਼ਾਂ ਨੂੰ ਵੀ ਤੁਹਾਡੇ ਫੇਸ 'ਤੇ ਜਾਂ ਕੋਈ ਦੰਦ ਦਰਦ ਹੋ ਰਿਹਾ ਤੁਹਾਨੂੰ, ਜਾਂ ਕੰਨ 'ਚ ਦਰਦ ਹੋ ਰਿਹਾ, ਅੱਖ 'ਚ ਦਰਦ ਹੋ ਰਿਹਾ, ਨੱਕ 'ਚ ਤਕਲੀਫ ਹੋ ਰਹੀ ਹੈ, ਜੇ ਇੱਥੇ ਕੋਈ ਤੁਹਾਨੂੰ ਅਨਯੂਜੂਅਲ ਸਿੰਪਟਮ ਲੱਗਦਾ ਤੁਸੀਂ ਇਮੀਡੀਏਟਲੀ ਹਸਪਤਾਲ ਆਓ, ਆਪਣੇ ਡਾਕਟਰ ਨੂੰ ਰਿਪੋਰਟ ਕਰੋ, ਤਾਂ ਤੁਸੀਂ ਇਹਨੂੰ ਪਹਿਲੀ ਸਟੇਜ 'ਚ ਬਚਾ ਸਕਦੇ ਹੋ। ਜ਼ਰੂਰੀ ਨਹੀਂ ਹੈ ਮਿਊਕਰਮਾਈਕੋਸਿਸ ਨਾਲ ਅੱਖਾਂ ਅੰਨੀਆਂ ਹੋ ਹੀ ਜਾਣਗੀਆਂ। ਅੱਖਾਂ ਅੰਨੀਆਂ ਹੋਣ ਤੋਂ ਪਹਿਲਾਂ ਅੱਖਾਂ ਡੁੱਲਦੀਆਂ ਵੀ ਨੇ, ਅੱਖਾਂ ਲਾਲ ਵੀ ਹੁੰਦੀਆਂ। ਉਹ ਸਿੰਪਟਮ ਜੇ ਤੁਸੀਂ ਸਾਡੇ ਨਾਲ ਸ਼ੇਅਰ ਕਰੋਗੇ ਤਾਂ ਅਸੀਂ ਬਚਾ ਲਾਂਗੇ। ਅੱਛਾ, ਆਖਰੀ ਸਵਾਲ ਡਾਕਟਰ ਸਾਹਿਬ ਮੇਰਾ ਇਹ ਹੋਊਗਾ ਵੀ ਜਿਵੇਂ ਹੁਣ ਕਰੋਨਾ ਨੂੰ ਕਈ ਲੋਕ ਮੰਨਦੇ ਨਹੀਂ ਅਸਲ ਦੇ ਵਿੱਚ ਕਰੋਨਾ ਹੈ ਵੀ ਕਿ ਨਹੀਂ, ਕਿਉਂਕਿ ਕਹਿ ਰਹੇ ਨੇ ਵੀ ਸਿਆਸੀ ਪਾਰਟੀਆਂ ਜਿਹੜੀਆਂ ਰੈਲੀਆਂ ਕਰ ਰਹੀਆਂ ਨੇ, ਬੰਗਾਲ ਦੇ ਵਿੱਚ ਇੰਨੀਆਂ ਵੱਡੀਆਂ ਰੈਲੀਆਂ ਹੋਈਆਂ, ਉੱਥੇ ਕਿਹੜਾ ਕਰੋਨਾ ਸੀ, ਕੁਛ ਇੱਦਾਂ ਕਹਿ ਦਿੰਦੇ ਨੇ। ਕੋਈ ਲੋਕ ਇਸ ਨੂੰ ਸਿਆਸੀ ਚੀਜ਼ਾਂ ਦੇ ਨਾਲ ਜੋੜਦੇ ਨੇ ਕਿ ਇਹ ਸਿਆਸੀ ਸਿਰਫ ਕਾਗਜ਼ਾਂ ਦੇ ਵਿੱਚ, ਕਰੋਨਾ ਸਿਰਫ ਕਾਗਜ਼ਾਂ ਦੇ ਵਿੱਚ, ਅਸਲ ਦੇ ਵਿੱਚ ਕੋਈ ਨਹੀਂ ਹੈਗਾ, ਅਸੀਂ ਤਾਂ ਮਾਸਕ ਨਹੀਂ ਲਗਾਉਣਾ। ਕਿ ਅਸਲ ਦੇ ਵਿੱਚ ਲੋਕਾਂ ਨੂੰ ਡਰਨ ਦੀ ਲੋੜ ਹੈ? ਦੇਖੋ ਡਰਨ ਦੀ ਲੋੜ ਨਹੀਂ ਹੈ, ਇਹਤਿਆਤ ਰੱਖਣ ਦੀ ਲੋੜ ਹੈ। ਜਿਸ ਮੇਰਾ ਖਿਆਲ ਇਹ ਸੈਕੰਡ ਵੇਵ 'ਚ ਹਿੰਦੁਸਤਾਨ 'ਚ ਕੋਈ ਐਸਾ ਘਰ ਨਹੀਂ ਬਚਿਆ ਜਿਹਦਾ ਕੋਈ ਨਾ ਕੋਈ ਰਿਸ਼ਤੇਦਾਰ ਇਸ ਤੋਂ ਅਫੈਕਟ ਨਾ ਹੋਇਆ ਹੋਵੇ। ਅਤੇ ਜਦ ਇਸ ਤਾਦਾਦ 'ਤੇ ਭਾਰਤ ਵਰਸ਼ 'ਚ ਕਰੋਨਾ ਆ ਚੁੱਕਿਆ, ਫਿਰ ਵੀ ਜੇ ਅਸੀਂ ਇਹ ਕਹੀਏ ਜੀ ਕਰੋਨਾ ਹੈ ਨਹੀਂ, ਤਾਂ ਇਸ ਤੋਂ ਵੱਡੀ ਬੇਵਕੂਫੀ ਕੋਈ ਨਹੀਂ ਹੈ। ਲੇਕਿਨ ਡਰਨ ਦੀ ਗੱਲ ਨਹੀਂ ਹੈ। ਡਰਨ ਦੀ ਗੱਲ ਕਿਉਂ ਨਹੀਂ ਹੈ? ਕਿਉਂਕਿ 85% ਲੋਕ ਘਰ 'ਚ ਬੈਠ ਕੇ ਇਹਦਾ ਇਲਾਜ ਕਰ ਸਕਦੇ ਨੇ। ਸਿਰਫ ਕੁਝ ਲੋਕ ਨੇ ਜਿਨ੍ਹਾਂ ਨੂੰ ਤਕਲੀਫ ਜ਼ਿਆਦਾ ਹੋਣੀ ਹੈ। ਉਹ ਕੌਣ ਨੇ? ਜਿਨ੍ਹਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਮੋਟਾਪਾ ਹੈ ਬਹੁਤ ਜ਼ਿਆਦਾ, ਜਿਨ੍ਹਾਂ ਨੂੰ ਹਾਰਟ ਦੀ ਤਕਲੀਫ ਹੈ,
ਜਿਨ੍ਹਾਂ ਨੂੰ ਕੈਂਸਰ ਹੈ, ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਔਰ ਜਿਹੜੇ ਆਪਣਾ ਖਿਆਲ ਨਹੀਂ ਰੱਖਦੇ ਸਰੀਰ ਦਾ। ਇਹ ਹੁਣ ਦੇਖੋ, ਇਹ ਕਰੋਨਾ ਸਾਨੂੰ ਇੱਕ ਮੈਸੇਜ ਦੇ ਰਿਹਾ। ਇਹ ਮੈਸੇਜ ਇਹ ਦੇ ਰਿਹਾ ਕਿ ਸਿਹਤ ਨੂੰ ਅਸੀਂ ਪ੍ਰਾਇੋਰਟੀ ਦਈਏ, ਆਪਣੀ ਸਿਹਤ ਦਾ ਖਿਆਲ ਰੱਖੀਏ। ਜੇ ਨਹੀਂ ਖਿਆਲ ਰੱਖਾਂਗੇ ਤਾਂ ਫਿਰ ਫਸਾਂਗੇ। ਅੱਛਾ, ਕਰੋਨਾ ਦਾ ਮਹਾਕਾਲ ਐਸਾ ਆਇਆ ਵੀ ਕਈ ਜਿਹੜੇ ਲੋਕਾਂ ਦੇ ਜਿਹੜੇ ਬਲੈਕਮੇਲਿੰਗ ਸੀ, ਆਪਾਂ ਕਹਿੰਦੇ ਕਾਲੇ ਧੰਦੇ ਜਿਹੜੇ ਸੀਗੇ, ਉਹ ਹੋਰ ਤਰੀਕੇ ਵੀ ਚੇਂਜ ਹੋ ਗਏ। ਤੁਹਾਡੇ ਵਪਾਰ ਦੇ ਡਾਕਟਰ ਲਾਈਨ ਦੇ ਵਿੱਚ ਵੀ ਕਈ ਲੋਕ ਮੈਂ ਐਸੇ ਸੁਣੇ ਨੇ ਵੀ ਜਿਹੜੇ ਆਏ ਨੇ, ਕਈ ਹਸਪੀਟਲਸ ਦੇ ਨਾਮ ਐਸੇ ਸੁਣੇ ਨੇ ਜਿਹੜੇ ਸਾਹਮਣੇ ਆਏ ਨੇ, ਜਿਨ੍ਹਾਂ ਨੇ ਕਈ ਜਿਹੜੇ ਬੈੱਡ ਨੇ ਉਹ ਰਿਜ਼ਰਵ ਕੀਤੇ ਹੋਏ ਨੇ, ਪੈਸੇ ਦੇ ਕੇ, ਖੁਦ ਗਰੀਬਾਂ ਨੂੰ ਜਿਹੜੇ ਪੈਸੇ ਦੇ ਕੇ ਉਹਨਾਂ ਦਾ ਆਧਾਰ ਕਾਰਡ ਫੜ ਕੇ ਉਹਨਾਂ ਨੂੰ ਉੱਥੇ ਬੈੱਡ ਤੇ ਬਿਠਾ ਦਿੰਦੇ ਨੇ। ਜਦ 3 ਜਾਂ 4 ਲੱਖ ਦੇਣ ਵਾਲਾ ਪੇਸ਼ੈਂਟ ਆਉਂਦਾ ਤਾਂ ਉਹਨਾਂ ਨੂੰ ਉਹ ਜਮ੍ਹਾਂ ਕਰਕੇ ਉਹ ਪੇਸ਼ੈਂਟ ਜਿਹੜਾ ਗਰੀਬ ਜਿਸ ਨੂੰ ਪੈਸੇ ਮਿਲਦੇ ਹੁੰਦੇ ਨੇ ਉਹਦਾ ਵੀ ਭਲਾ ਹੋ ਜਾਂਦਾ, ਤੇ ਜਿਹੜਾ ਕਮਾਈ ਹੈ ਜਿਹੜੀ ਹੈ ਉਹ ਹਸਪੀਟਲ ਵੀ ਬਹੁਤ ਮੋਟੀ ਕਰ ਰਿਹਾ। ਦੇਖੋ, ਇਹ ਤਾਂ ਲੜਾਈ ਜਿਹੜੀ ਹੈ ਨਾ, ਇਹ ਹੈ ਇਮਾਨਦਾਰੀ ਔਰ ਬੇਈਮਾਨੀ ਦੀ ਲੜਾਈ। 100 ਜੇ ਬੰਦਿਆਂ ਚੋਂ 99 ਇਮਾਨਦਾਰ ਨੇ, ਇੱਕ ਬੇਈਮਾਨ ਨਿਕਲ ਹੀ ਆਉਂਦਾ ਹੈ। ਜਿਹੜਾ ਬੰਦੇ ਦੇ ਦਿਲ 'ਚ ਬੇਈਮਾਨੀ ਆ ਗਈ, ਉਹਨੇ ਇਹ ਕੰਮ ਕਰਨੇ ਹੀ ਕਰਨੇ ਨੇ, ਇਹਨੂੰ ਕੋਈ ਨਹੀਂ ਰੋਕ ਸਕਦਾ। ਇਹ ਤਾਂ ਇਸ ਵਕਤ ਵੈਸੇ ਦੇਖੋ ਡਰ ਕੇ ਰਹਿਣਾ ਚਾਹੀਦਾ। ਜੇ ਇਸ ਤੋਂ ਮਾੜੇ ਹਾਲਾਤ ਹੋਰ ਕੀ ਦੇਖਣੇ ਆ ਦੇਸ਼ ਨੇ? ਆਕਸੀਜਨ ਨਹੀਂ ਹੈ ਔਰ ਵੈਂਟੀਲੇਟਰ ਬੈੱਡ ਨਹੀਂ ਹੈਗਾ, ਲੋਕ ਸੜਕਾਂ 'ਤੇ ਤੜਪ ਕੇ ਮਰ ਰਹੇ ਨੇ। 50,000 ਲੱਖ ਰੁਪਈਆ ਐਂਬੂਲੈਂਸ ਦਾ ਦਿੱਤਾ ਜਾ ਰਿਹਾ ਇੱਕ ਸ਼ਹਿਰ 'ਚੋਂ ਦੂਜੇ ਸ਼ਹਿਰ 'ਚ ਮਰੀਜ਼ ਲਿਆਉਣ ਲਈ। ਉਹ ਕਿਉਂ ਦਿੱਤਾ ਜਾ ਰਿਹਾ? ਕਿਉਂਕਿ ਛੋਟੇ ਸ਼ਹਿਰ 'ਚ ਬੈੱਡ ਨਹੀਂ ਹੈ, ਫੈਸਿਲਿਟੀ ਨਹੀਂ ਹੈ। ਤੇ ਹਿੰਦੁਸਤਾਨ ਨੂੰ ਇਸ ਵਕਤ ਲੋੜ ਹੈ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੀ, ਔਰ ऐसे छोटे पैसे ਇਹ आपदा में अवसर नहीं ढूंढना चाहिए। आपदा 'ਚ अवसर ਇਹ ਲੱਭੋ ਵੀ ਅਫਸਰ 'ਚ ਲੋਕਾਂ ਦੀ ਸੇਵਾ 'ਤੇ ਲੱਗੋ, ਨਾ ਕਿ ਲੋਕਾਂ ਨੂੰ ਲੁੱਟਣ 'ਤੇ ਲੱਗੋ। ਇਹ ਤਾਂ ਦੇਖੋ ਕਰਨਾ ਹੀ ਚਾਹੀਦਾ। ਸੋ ਇਹ ਸਨ ਡਾਕਟਰ ਐਚ.ਕੇ. ਖਰਬੰਦਾ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ 3rd ਸਟ੍ਰੇਨ ਵੀ ਆਊਗੀ, 4th ਵੀ ਆਊਗੀ, ਹੋ ਸਕਦਾ ਉਸ ਤੋਂ ਬਾਅਦ ਵੀ ਜਿਹੜੀਆਂ ਸਟ੍ਰੇਨਾਂ ਨੇ ਉਹ ਇੱਦਾਂ ਹੀ ਲਗਾਤਾਰ ਆਉਂਦੀਆਂ ਰਹਿਣ ਜਦ ਤੱਕ ਇਮਿਊਨਿਟੀ, ਜਿਹੜੀ ਹਿਊਮਨ ਬੋਡੀ ਦੀ ਇਮਿਊਨਿਟੀ ਹੈ ਉਹ ਬੂਸਟ ਅਪ ਨਹੀਂ ਹੁੰਦੀ। ਹੋ ਸਕਦਾ ਉਦੋਂ ਤੱਕ ਜਿਹੜੀਆਂ ਨੇ ਇਹ ਕਰੋਨਾ ਵੈਕਸੀਨ ਜਿਹੜੀਆਂ ਨੇ ਆਪਾਂ ਨੂੰ ਲਵਾਉਣੀਆਂ ਪੈ ਸਕਦੀਆਂ ਨੇ। ਇਹ ਵੀ ਹੋ ਸਕਦਾ ਕਿ ਆਪਾਂ ਨੂੰ ਆਦੀ ਹੋਣਾ ਪਵੇਗਾ ਇਸ ਵੈਕਸੀਨ ਦਾ, ਕਿ ਹਰੇਕ 6 ਮਹੀਨੇ ਬਾਅਦ ਜਾਂ ਸਾਲ ਬਾਅਦ ਹੈ ਆਪਾਂ ਨੂੰ ਹਰੇਕ ਮਿਊਟੈਂਟ ਦੇ ਇਲਾਵਾ ਜਿਹੜੀ ਆ ਮੱਦੇਨਜ਼ਰ ਰੱਖਦੇ ਹੋਏ ਵੀ ਉਸ ਨੂੰ ਜਿਹੜੀ ਹੈ ਆਪਾਂ ਵੈਕਸੀਨ ਆਪਣੇ ਲਾਉਣੀ ਪਵੇਗੀ। ਉਮੀਦ ਕਰਦੇ ਹਾਂ ਦੋਸਤੋ ਜਲਦ ਤੋਂ ਜਲਦ ਜਿਹੜੀ ਹੈ ਮਹਾਮਾਰੀ ਐਸੀ ਭਾਰਤ ਦੇ ਉੱਤੇ ਹੁਣ ਜਿਹੜਾ UK ਸਟ੍ਰੇਨ ਆਇਆ ਆ, ਇਸ ਤੋਂ ਜਲਦ ਨਿਜਾਤ ਪਾਈ ਜਾਵੇ। ਤੇ ਆਪਾਂ ਉਮੀਦ ਕਰਦੇ ਹਾਂ ਕਿ ਲੋਕ ਵੀ ਜਿਹੜੀ ਸਾਡੀ ਵੀਡੀਓ ਦੇਖ ਰਹੇ ਨੇ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਉਹ ਕਰੋਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੇ ਪਰਿਵਾਰ ਦੀ ਸੇਫਟੀ ਆਪ ਰੱਖਣਗੇ। ਉਮੀਦ ਕਰਦੇ ਦੋਸਤੋ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹੋਰ ਇਹੋ ਜਿਹੀ ਵੀਡੀਓਜ਼ ਲੈ ਕੇ ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਵੱਲ ਨੂੰ ਦਿਓ ਇਜਾਜ਼ਤ। ਧੰਨਵਾਦ।